अपना डंटी नाल लै गए हैं कि यही जिम्मेदार हाँ भाई। तो सानू लगता है कि हौली हौली साडी जिहड़ी इन्हां ने मंडी खत्म कर देनी है। जिहड़े आड़ती ने ਉਹ ਜ਼ਿਮੀਂਦਾਰ ਦੇ ਭਗਵਾਨ ਹੀ ਨੇ। ਜੇ ਹੁਣ ਆਪਾਂ ਉਹਨਾਂ ਨੂੰ ਕਹੀਏ ਵਿਚੋਲੀਏ ਨੇ ਜਿਹੜੇ ਸਾਡੇ ਦੁੱਖ ਸੁੱਖ 'ਚ ਕੰਮ ਆਏ ਨੇ, ਇਹ ਤਾਂ ਬਹੁਤ ਵੱਡੀ ਗਲਤੀ ਹੈ। किसान मजदूर एकता जिंदाबाद। वो कोई भगवान तो नहीं बना। अरे किसान के यहाँ जब गेहूँ में बरसात हो जाए, पानी चला जाए, वो खराब हो जाता है, उसे दोबारा बो देते हैं, तो कौन सी शर्म की बात होगी। देखो जो किसान तो सीधी सादी भाषा में बात करता है, उसके लिए पेचदार भाषा नहीं उसके बस की। कल को अगर मोदी जी को हटाएगा, भगा दिया यहाँ से प्रधानमंत्री साहब, अपोजिशन सरकार आ जाएगी, तो मुझे ये बताओ ये बिल अपने अनुसार दूसरी सरकार फिर भी तो बनाएगी। वॉलमार्ट और ये सब ये जो भंडारण करेंगे तो एमएसपी तो इनको मिलेगी, जमींदार को नहीं मिलेगी। अब तो ये राष्ट्रव्यापी आंदोलन हो चुका है, तो इस चीज़ के में एक इतिहास लिखा जाएगा और एक ये बहुत बड़ी मिसाल बनेगी कि हम लोग ये हिंदू और मुसलमान किसान, हम किसी के नहीं, ओनली किसान हैं यहाँ पर। कोई हिंदू नहीं है, कोई सरदार नहीं है, कोई मुसलमान नहीं। ਸਾਨੂੰ ਡੰਡੇ ਨਾਲ ਡਰਾਉਂਦੀ ਮਾੜੀ ਸੋਚ ਲੀਡਰਾਂ ਦੀ, ਜਿਹੜੀ ਕਲਗੀਧਰ ਦੇ ਸ਼ੇਰਾਂ ਪੱਟੀ ਪਹੁੰਚ ਲੀਡਰਾਂ ਦੀ। ਸੁਖਬੀਰ ਸਿੰਘ ਜੀ ਪਿੰਡ ਬੁਰਜ 195 ਪੋਸਟ ਆਫਿਸ ਝਬਾਲ ਜ਼ਿਲ੍ਹਾ ਤਰਨਤਾਰਨ ਤੋਂ ਸੰਘਰਸ਼ ਕਮੇਟੀ ਦੇ ਨਾਲ ਆਏ ਦਿੱਲੀ ਆਏ ਆ। ਦੋ ਕਵਿਤਾ ਇੱਥੇ 2 ਮਿੰਟ ਦੇ ਵਿੱਚ ਜੋੜੀਆਂ ਨੇ, ਤੁਹਾਨੂੰ ਪੇਸ਼ ਕਰਨ ਲੱਗੇ ਆ ਜੀ। ਕਰਨੇ ਪੈਣੇ ਮਸਲੇ ਹੱਲ, ਮੋਦੀ ਸੁਣ ਕਿਸਾਨਾਂ ਦੀ ਗੱਲ, ਕਰਨੇ ਪੈਣੇ ਮਸਲੇ ਹੱਲ, ਚੱਲ ਕੇ ਆ ਗਏ ਦਿੱਲੀ ਵੱਲ, ਹੱਲ ਤੇ ਕੱਢਣਾ ਪੈਣਾ ਏ, ਜਿੰਨੇ ਦਿਨ ਮਰਜੀ ਤੂੰ ਅਜਮਾ ਲੈ, ਹੱਲ ਤੇ ਕੱਢਣਾ ਪੈਣਾ ਏ, ਜਿੰਨੇ ਦਿਨ ਸਾਨੂੰ ਮਰਜੀ ਬਹਾ ਲੈ, ਹੱਲ ਤੇ ਕੱਢਣਾ ਪੈਣਾ ਏ, ਕੀਤੇ ਲਾਗੂ ਕਾਨੂੰਨ ਤੂੰ ਕਾਲੇ, ਰੱਦ ਕਰਵਾ ਕੇ ਜਾਣੇ ਸਾਰੇ, ਕੀਤੇ ਲਾਗੂ ਕਾਨੂੰਨ ਤੂੰ ਕਾਲੇ, ਰੱਦ ਕਰਵਾ ਕੇ ਜਾਣੇ ਸਾਰੇ, ਕਿਸਾਨ ਆ ਗਏ ਦੇਸ਼ ਦੇ ਸਾਰੇ, ਹੁਣ ਤੇ ਮੰਨਣਾ ਪੈਣਾ ਏ, ਜਿੰਨੇ ਦਿਨ ਮਰਜੀ ਸਾਨੂੰ ਬਹਾ ਲੈ, ਹੁਣ ਤਾਂ ਮੰਨਣਾ ਪੈਣਾ ਏ, ਜਿੰਨੇ ਦਿਨ ਮਰਜੀ ਸਾਨੂੰ ਬਹਾ ਲੈ, ਹੁਣ ਤਾਂ ਮੰਨਣਾ ਪੈਣਾ ਏ, ਧਰਨਾ ਸ਼ਾਂਤਮਈ ਦਾ ਲਾ ਕੇ, ਬੈਠੇ ਦਿੱਲੀ ਦੀ ਹਿੱਕ ਤੇ ਆ ਕੇ, ਧਰਨਾ ਸ਼ਾਂਤਮਈ ਦਾ ਲਾ ਕੇ, ਬੈਠੇ ਦਿੱਲੀ ਦੀ ਹਿੱਕ ਤੇ ਜਾ ਕੇ, ਆਇਆ ਬੁਰਜਾਂ ਵਾਲਿਆਂ ਆ ਕੇ, ਹੁਣ ਤੇ ਮੰਨਣਾ ਪੈਣਾ ਏ, ਜਿੰਨੇ ਦਿਨ ਮਰਜੀ ਸਾਨੂੰ ਬਹਾ ਲੈ, ਹੁਣ ਤਾਂ ਮੰਨਣਾ ਪੈਣਾ ਏ, ਜਿੰਨੇ ਦਿਨ ਮਰਜੀ ਤੂੰ ਅਜਮਾ ਲੈ, ਹੁਣ ਤਾਂ ਮੰਨਣਾ ਪੈਣਾ ਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਮੌਜੂਦ ਨੇ ਦੋ ਹਰਿਆਣਾ ਦੇ ਵੀਰ ਜੋ ਕਿ 1962 ਦਾ ਹੱਲ ਲੈ ਕੇ ਆਏ ਨੇ। ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਵੀਰ ਜੀ ਇਹ ਜਿਹੜਾ ਹੱਲ ਹੈਗਾ ਜਿਹੜਾ ਤੁਸੀਂ ਲੈ ਕੇ ਆਏ ਹੋ, ਹਾਂਜੀ। ਲਿਆਉਣ ਦੀ ਕੀ ਵਜ੍ਹਾ ਤੇ ਕਦੋਂ ਦਾ ਤੇ ਇਹਦਾ ਕੀ ਪਿਛੋਕੜ ਹੈ? ਇਹਦੀ ਵਜ੍ਹਾ ਇੱਥੇ ਲਿਆਂਦੀ ਹੈ ਜੀ, ਅਸੀਂ ਹਰਿਆਣਾ ਸ਼ਾਹਬਾਦ ਮਾਰਕੰਡਾ ਡਿਸਟ੍ਰਿਕਟ ਕੁਲਛੇਤਰ ਦੇ ਹਾਂ। ਆਪਣਾ ਨਾਂ ਦੱਸੋ। ਸ਼ਾਹਬਾਦ ਮਾਰਕੰਡਾ ਜੀ। ਜੀ ਅਸੀਂ ਜਦੋਂ ਪਿਛਲੇ ਹਫਤੇ ਇੱਥੇ ਸਾਂ, ਹਾਂਜੀ ਤੇ ਹੁਣ ਟੀ-ਸ਼ਰਟਾਂ ਜੀਨਾ ਆਪਣੇ ਆ ਜੀ, ਕਈਆਂ ਨੇ ਟੌਂਟ ਕੱਸੇ YouTube ਤੇ ਜਾਂ Facebook ਤੇ ਵੀ ਆਹ ਨਵੇਂ ਜ਼ਿਮੀਂਦਾਰ ਪੈਦਾ ਹੋ ਗਏ ਨੇ। ਹਾਂਜੀ ਜੀਨਾ ਵਾਲੇ ਆ ਜੀ ਹਾਂ। ਹੁਣ ਮੈਂ ਫਿਰ ਆਪਣੇ ਬਾਪੂ ਨੂੰ ਕਿਹਾ ਮੈਂ ਹੱਲ ਕੱਢਾਂਗਾ, ਮੈਂ ਤੁਹਾਡਾ ਪੁਰਾਣਾ ਜੀ। ਅੱਛਾ। ਉਹਨਾਂ ਦਾ ਹੱਲ ਕੱਢ ਕੇ ਉਹਦੀ ਸਫਾਈ ਕਰਕੇ ਤੇ ਫਿਰ ਮੈਂ ਨਾਲ ਲਿਆ, ਮੈਂ ਆਪਣਾ ਡੰਟੀ ਨਾਲ ਲੈ ਕੇ ਆਇਆ ਕਿ ਅਸੀਂ ਜ਼ਿਮੀਂਦਾਰ ਹਾਂ ਭਾਈ। ਵੈਸੇ ਖੇਤੀ ਕਰਦੇ ਜੀ? ਅਸੀਂ ਖੇਤੀ ਕਰਨੇ ਆ ਜੀ। ਕਿੰਨੀ ਕੀ ਪੈੜੀ ਆਪਣੀ? ਸਾਡੇ ਕੋਲ 45 ਕਿੱਲੇ ਜ਼ਮੀਨ ਹੈ ਜੀ ਸ਼ਾਹਬਾਦ ਜੀ। ਹਾਂਜੀ ਕੀ ਬੰਦੇ ਜੀ? ਅਸੀਂ ਲੈਨੇ ਆ। ਹੁਣ ਆਲੂ ਲੱਗੇ ਨੇ ਅੱਛਾ ਤੇ ਕਣਕ ਲੱਗੀ ਜੇ ਹੁਣ, ਬਾਕੀ ਡੰਗਰਾਂ ਵਾਸਤੇ ਪੱਠੇ ਲੱਗੇ ਨੇ, ਬਰਸੀਨ ਵਗੈਰਾ ਜੀ। ਜੀ ਜੀ। ਹਾਂਜੀ ਹਾਂ। ਲਾਸਟ ਜਿਹੜੀ ਕਣਕ ਫਸਲ ਹੋਈ ਸੀ ਆਲੂ ਦੀ, ਜੀਰੀ ਹੋਈ ਹੈ। ਅੱਛਾ ਆਲੂ ਪਹਿਲੀ ਵਾਰ ਕੀਤੇ ਆ? ਨਹੀਂ ਪਹਿਲਾਂ ਸਾਡੇ ਤੇ ਕਰਦੇ ਹੀ ਨੇ। ਅੱਛਾ ਹਾਂਜੀ ਹਾਂ। ਤੇ ਆਲੂ ਦਾ ਕਿਉਂਕਿ ਆਲੂ ਤੇ ਐਮਐਸਪੀ ਨਹੀਂ ਹੈਗੀ ਤੇ ਆਲੂ ਦਾ ਸਹੀ ਮਿਲ ਗਿਆ ਮਾਰਕੀਟ ਦਾ ਰੇਟ? ਆਲੂ ਦਾ ਰੇਟ ਇਦਾਂ ਹੈ ਕਿ ਉਹ ਖੇਤਾਂ 'ਚ ਹੀ ਵਪਾਰੀ ਆ ਜਾਂਦੇ ਨੇ, ਜੋ ਇਹ ਚਾਹੁੰਦੇ ਨੇ ਉਹ ਪਹਿਲਾਂ ਆਲੂਆਂ ਦੇ ਹੋ ਰਿਹਾ। ਖੇਤਾਂ 'ਚ ਵਪਾਰੀ ਆ ਜਾਂਦੇ ਨੇ, ਰੇਟ ਕੱਢਦੇ ਨੇ ਜੀ। ਅੱਜ ਤੋਂ 15-20 ਦਿਨ ਪਹਿਲਾਂ 3200 ਰੁਪਏ ਹਨ ਅੱਛਾ ਤੇ ਕੱਲ 1400 ਰੁਪਏ ਹੋ ਗਏ ਨੇ ਜੀ। ਆਹ ਜ਼ਿਮੀਂਦਾਰ ਦੀ ਹਾਲਤ ਹੈ ਜੀ। ਅੱਛਾ ਜਦੋਂ ਜ਼ਿਮੀਂਦਾਰ ਦਾ ਸਾਰਾ ਮਾਲ ਆ ਜਾਂਦਾ ਹੈ ਉਦੋਂ ਸਸਤੇ ਹੋ ਜਾਂਦੇ ਨੇ। ਪਹਿਲਾਂ ਮਹਿੰਗੇ ਨੇ ਜੀ, ਪਹਿਲਾਂ 50-50 ਰੁਪਏ ਵਿਕੇ ਨੇ। ਕਈ ਵਾਰੀ ਇਹ ਵੀ ਦੇਖਿਆ ਖਾਸ ਕਰ ਦੁਆਬੇ ਰੀਜਨ 'ਚ ਆਲੂ ਜ਼ਿਆਦਾ ਹੁੰਦਾ ਹੈ। ਹਾਂਜੀ ਹਾਂ। ਤੇ ਉੱਥੇ ਦੇਖਿਆ ਕਿ ਕਿਸਾਨਾਂ ਨੇ ਮਤਲਬ ਰੋਡਾਂ ਦੇ ਵੀ ਸੁੱਟਿਆ ਹਾਂਜੀ ਆਲੂ ਨੂੰ। ਹਾਂਜੀ ਹਾਂ। ਤੇ ਇਹ ਹਾਲ ਇੱਥੇ ਵੀ ਹੋਇਆ? ਨਹੀਂ ਸਾਡੇ ਇੱਥੇ ਨਹੀਂ ਹਾਲ ਹੋਇਆ ਜੀ। ਸਾਡੇ ਇੱਥੇ ਠੀਕ ਨੇ ਜ਼ਿਮੀਂਦਾਰ, ਜੀ ਬਹੁਤ ਵਧੀਆ ਇੱਥੇ ਕੰਮ ਹੈ। ਸਾਡੇ ਸ਼ਾਹਬਾਦ ਮਾਰਕੰਡਾ ਕੁਲਛੇਤਰ ਡਿਸਟ੍ਰਿਕਟ ਕਰਨਾਲ ਹੋ ਗਿਆ, ਪਾਣੀਪਤ ਹੋ ਗਿਆ, ਅਸੀਂ ਜੀਟੀ ਰੋਡ ਬੈਲਟ ਤੇ ਆ। ਇੱਥੇ ਬਹੁਤ ਵਧੀਆ ਖੇਤੀ ਹੈ ਜੀ, ਬਹੁਤ ਆਨੰਦ ਲੈਣੇ ਆ। ਇਹ ਬਿੱਲ ਪਾਸ ਹੋ ਗਿਆ ਤੇ ਇਹਦੇ ਨਾਲ ਕੀ ਨੁਕਸਾਨ ਹੁੰਦਾ ਤੁਹਾਡੀ ਖੇਤੀ 'ਚ? ਨੁਕਸਾਨ ਇਦਾਂ ਹੈ ਜੀ, ਜਿਹੜਾ ਇਹਨਾਂ ਬਿੱਲ ਕੀਤਾ ਹੈ, ਇੱਕ ਸਾਨੂੰ ਲੱਗਦਾ ਹੈ ਕਿ ਹੌਲੀ ਹੌਲੀ ਸਾਡੀ ਜਿਹੜੀ ਇਹਨਾਂ ਨੇ ਮੰਡੀ ਖਤਮ ਕਰ ਦੇਣੀ ਹੈ ਜੀ। ਠੀਕ ਹੈ। ਕਿਉਂਕਿ ਇਹ ਜਿਹੜੇ ਵਪਾਰੀ ਆ ਗਏ ਨੇ ਵੱਡੇ, ਜੀ ਇਹਨਾਂ ਨੇ ਪਹਿਲਾਂ ਸਾਨੂੰ ਜਿਹੜੀ 2000 ਦੀ ਫਸਲ ਹੈ ਇਹਨਾਂ ਨੇ ਕਹਿੰਦਾ 2500 ਰੁਪਏ ਆਪਾਂ ਦਿੰਨੇ ਆ ਜੀ। ਸਾਡਾ ਦਿਮਾਗ ਖਰਾਬ ਨਹੀਂ ਕਿ ਅਸੀਂ ਮੰਡੀ ਸੁੱਟਾਂਗੇ, ਅਸੀਂ ਉਹਨਾਂ ਨੂੰ 2500 ਦਾਂਗੇ। ਠੀਕ ਹੈ। ਫਿਰ ਉਸ ਤੋਂ ਬਾਅਦ ਅਗਲੇ ਸਾਲ ਉਹ ਕਰ ਦੇਣਗੇ 2300, ਉੱਥੇ 2000 ਰਹੇਗੀ। ਉਹ ਆੜ੍ਹਤੀ ਜਿਹੜੇ 2-3 ਸਾਲ ਤੇ ਵੇਖਣਗੇ ਉਹਨਾਂ ਆਪਣੀਆਂ ਦੁਕਾਨਾਂ ਬੰਦ ਕਰ ਦੇਣੀਆਂ, ਮੰਡੀ ਹੋ ਜਾਣੀ।
ਮੰਡੀ ਖਤਮ ਹੋ ਗਈ, ਉਹਨਾਂ ਨੇ 2000 ਵਾਲੀ ਕਹਿਣੀ, ਆਪਾਂ ਤੇ 1600 ਚ ਖਰੀਦਾਂਗੇ। ਫਿਰ ਆਪਾਂ ਕਿੱਥੇ ਜਾਵਾਂਗੇ, ਕਿਉਂਕਿ ਹੋਰ ਕੋਈ ਸਾਡੇ ਕੋਲ ਆਪਸ਼ਨ ਹੈ ਨਹੀਂ। ਫਿਰ ਉਹ ਕਹਿਣਗੇ ਮਾਈ ਵੇ ਔਰ ਹਾਈਵੇ। ਉਹ ਕਹਿਣਗੇ ਵੀ ਆ ਤੁਹਾਡੀ ਮਰਜ਼ੀ ਹੈ, ਦੇਣੀ ਹੈ ਦੋ, ਨਹੀਂ ਤਾਂ ਇੰਨਾ ਹੀ ਜਿਹੜਾ ਆਪਣਾ ਅਨਾਜ ਹੈ ਸਾਡੇ ਇੰਨੀ ਹਿੰਮਤ ਨਹੀਂ ਹੈ। ਫਿਰ ਸਾਨੂੰ ਉਹਨਾਂ ਨੂੰ ਵੇਚਣੀ ਪਏਗੀ। ਜੇ ਉਹਨਾਂ ਨੂੰ ਉਹ ਰੇਟ ਦਿੰਦੇ ਆ, ਸਾਡਾ ਮੁੱਲ ਵੀ ਪੂਰਾ ਨਹੀਂ ਹੁੰਦਾ। ਇੱਕ ਇਹ ਗੱਲ ਕਹੀ ਜਾ ਰਹੀ ਹੈ ਸਰਕਾਰ ਵੱਲੋਂ ਕਿ ਅਸੀਂ ਵਿਚੋਲੇ ਖਤਮ ਕੀਤੇ ਨੇ, ਵਿਚੋਲੇ ਖਤਮ ਕੀਤੇ ਨੇ ਕਿ ਤੇ ਮਤਲਬ ਬੇਸਿਕਲੀ ਉਹ ਆੜਤੀਆਂ ਨੂੰ ਕਹਿ ਰਹੇ ਨੇ ਕਿ ਵਿਚੋਲੇ ਨੇ। ਜਦ ਕਿ ਕਿਹਾ ਜਾਂਦਾ ਜੱਟਾਂ 'ਚ ਪੰਜਾਬ ਦੇ ਵਿੱਚ ਕਿ ਆੜਤੀ ਤੇ ਸਾਡੇ 9 ਮਾਸ ਦਾ ਰਿਸ਼ਤਾ ਹੈ ਕਿ ਜੱਟ ਜਾ ਕੇ ਜਦ ਮਰਜ਼ੀ ਜਾ ਕੇ ਕਿਸਾਨ ਉਹਨਾਂ ਨੂੰ ਮੰਗ ਸਕਦਾ ਹੈ ਕਿ ਉਹਨਾਂ ਦਾ ਬੈਂਕ ਹੈਗਾ। ਹਾਂਜੀ 24/7। ਬਿਲਕੁਲ ਜੀ ਬਿਲਕੁਲ, ਇਹ ਗੱਲ ਬਿਲਕੁਲ ਠੀਕ ਹੈ ਕਿ ਅੱਜ ਵੀ ਸਾਡੇ ਛੋਟੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ 'ਚ, ਵੱਡੇ ਸ਼ਹਿਰਾਂ 'ਚ ਵੀ ਹੁਣ ਜਿਹੜੇ ਆੜਤੀ ਨੇ ਉਹ ਜ਼ਿਮੀਂਦਾਰ ਦੇ ਭਗਵਾਨ ਹੀ ਨੇ, ਕਿਉਂਕਿ ਉਹਨਾਂ ਦਾ ਬੈਂਕ ਜਿਹੜਾ 24 ਘੰਟੇ ਖੁੱਲਾ ਰਹਿੰਦਾ ਹੈ। ਠੀਕ ਹੈ ਜੀ, ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ, ਉਹਨਾਂ ਦਾ ਧੀ ਦਾ ਵਿਆਹ ਹੈ, ਪੁੱਤ ਦਾ ਵਿਆਹ ਹੈ, ਘਰ 'ਚ ਦੁੱਖ ਸੁੱਖ ਆ ਗਿਆ, ਉਹਨਾਂ ਨੇ ਆੜਤੀ ਕੋਲ ਪਹੁੰਚ ਜਾਣਾ ਤੇ ਆੜਤੀ ਕੋਲੋਂ ਹੀ ਲੈਣਾ। ਜੇ ਹੁਣ ਆਪਾਂ ਉਹਨਾਂ ਨੂੰ ਕਹੀਏ ਵਿਚੋਲੀਏ ਨੇ ਜਿਹੜੇ ਸਾਡੇ ਦੁੱਖ ਸੁੱਖ 'ਚ ਕੰਮ ਆਏ ਨੇ, ਇਹ ਤਾਂ ਬਹੁਤ ਵੱਡੀ ਗਲਤੀ ਹੈ ਜੀ। ਆੜਤੀ ਕਮਿਸ਼ਨ ਲੈਂਦੇ ਨੇ 2.5% ਦੀ ਜਾਂ ਕੱਟ ਲੈਂਦੇ? ਇਹ ਆਪਣੇ ਸਰਕਾਰ ਹੀ ਉਹਨਾਂ ਨੂੰ ਕਮਿਸ਼ਨ ਦਿੰਦੀ ਹੈ, ਸਾਡਾ ਉਹਦੇ 'ਚ ਕੋਈ ਜ਼ਿਮੀਂਦਾਰ ਦਾ ਰੋਲ ਨਹੀਂ। ਹਾਂ ਨਾ ਜੀ ਨਾ, ਸਾਡਾ ਕੋਈ ਰੋਲ ਨਹੀਂ ਹੈ ਜੀ। ਇਹ ਪ੍ਰੋਟੈਸਟ ਜਿਹੜਾ ਹੈ ਜੀ, ਮੈਂ ਤੁਹਾਨੂੰ ਕੀ ਦੱਸਾਂ, ਇਹਨੇ ਤੇ ਸਾਡੇ ਹਿੰਦੂ ਸਿੱਖ ਮੁਸਲਮਾਨ ਭਰਾਵਾਂ ਨੂੰ ਇਹਨਾਂ ਇੱਕ ਕਰਤਾ ਹੈ। ਮੇਨ ਗੱਲ ਜਿਹੜੀ ਹੈ, ਇਹ ਪ੍ਰੋਟੈਸਟ ਨੇ ਸਾਨੂੰ ਹਰਿਆਣੇ ਨੂੰ ਤੇ ਪੰਜਾਬ ਨੂੰ ਇਹਨਾਂ ਨੂੰ ਤਾਂ ਭਰਾ ਬਣਾਤਾ ਜੀ। ਜਿਹੜੀ ਵਿਥ ਆ ਗਈ ਸੀ ਨਾ ਇਹਨਾਂ ਦੇ ਵਿੱਚ, ਕਿਉਂਕਿ ਮੈਂ ਦੇਖਣਾ ਹਾਂ ਜਦੋਂ ਅਸੀਂ ਪੰਜਾਬ ਜਾਂਦੇ ਹਾਂ, ਕਿਉਂਕਿ ਸਾਡੇ ਰਿਸ਼ਤੇਦਾਰ ਸਾਰੇ ਲਗਭਗ ਪੰਜਾਬ ਨੇ, ਉਹ ਸਾਡੇ ਨਾਲ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਹਨ, ਜਦ ਕਿ ਅਸੀਂ ਹਰਿਆਣੇ 'ਚ ਰਹਿ ਕੇ ਪੰਜਾਬੀ ਬੋਲਦੇ ਹਾਂ। ਠੀਕ ਹੈ, ਸਾਨੂੰ ਥੋੜਾ ਜਿਹਾ ਲੱਗਦਾ ਸੀ, ਲੇਕਿਨ ਹੁਣ ਜਿਹੜਾ ਭਾਈਚਾਰਾ ਐਸਾ ਬਣ ਗਿਆ, ਅੱਜ ਸਾਨੂੰ ਮਾਣ ਹੁੰਦਾ ਹੈ ਕਿ ਅਸੀਂ ਕਿਸਾਨ ਹਾਂ। ਜਿਹੜੀ ਲਾਸਟ ਟਾਕ ਹੋਈ ਹੈ ਉਹਦੇ ਵਿੱਚ ਅਮਿਤ ਸ਼ਾਹ ਉਹਨਾਂ ਨੇ ਕਹਿਤਾ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਬਟ ਅਸੀਂ ਬਿੱਲ ਵਾਪਸ ਨਹੀਂ ਲਵਾਂਗੇ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜੀ ਜਿਹੜੇ ਸਾਡੇ ਆਗੂ ਨੇ ਹੁਣ ਅੱਗੇ ਲੱਗੇ ਹੋਏ ਨੇ, ਕਿਉਂਕਿ ਅਸੀਂ ਅਜੇ ਆਪਣਾ ਨੂੰ ਯੁਵਾ ਸਮਝਦੇ ਜਾਂ ਬੱਚੇ ਸਮਝਦੇ ਹਾਂ, ਸਾਨੂੰ ਇੰਨੀ ਸਟੱਡੀ ਨਹੀਂ ਪਤਾ ਇਹਨਾਂ ਦੀ, ਲੇਕਿਨ ਉਹ ਸੋਚ ਸਮਝ ਕੇ ਜੋ ਫੈਸਲਾ ਕਰਦੇ ਨੇ ਵੇ, ਜਿਹੜੇ ਆਗੂ ਲੱਗੇ ਦਿਨ ਰਾਤ ਇੱਥੇ ਲੱਗੇ ਨੇ, ਉਹ ਜੋ ਫੈਸਲਾ ਕਰਨਗੇ ਚੰਗਾ ਹੀ ਕਰਨਗੇ ਤੇ ਉਹਨਾਂ ਦੇ ਪਿੱਛੇ ਜਿੰਦਾਬਾਦ ਹੀ ਕਰਨਾ ਹੈ, ਉਹਨਾਂ ਦੇ ਨਾਲ ਖੜੇ ਆ। ਹਾਂ ਜੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਾਵਾਂਗੇ ਪੂਰਾ, ਉਹਨਾਂ ਦੇ ਮਗਰ ਖੜੇ ਆ। ਜਾਪਦਾ ਜਿਵੇਂ ਸਰਕਾਰ ਦੀ ਤੇ ਅੜੀ ਆ ਪੂਰੀ। ਕੋਈ ਨਾ ਜੀ, ਸਾਡੀ ਵੀ ਯੂਨੀਅਨਾਂ ਦੀ ਵੀ ਕਿੱਥੇ ਜਾਣਗੇ ਉਹ। ਹਾਂਜੀ, ਸਾਰਾ ਜਦੋਂ ਲੋਕ ਹੀ ਸਾਰੇ ਲੋਕ ਉਹ ਬਾਈ ਦੇ ਕਹਿਣ ਨੂੰ ਖੜ ਗਏ, ਫਿਰ ਸਰਕਾਰ ਲੋਕਾਂ ਨਾਲ ਹੀ ਆ। ਆਪਣਾ ਕੀ ਰਾਜਿੰਦਰ ਸਿੰਘ ਕਿੱਥੋਂ? ਲੁਧਿਆਣੇ ਤੋਂ। ਅਸੀਂ ਜੀ ਭੱਟੀਆਂ ਢਾਹ ਪਿੰਡ ਆ, ਪਿੰਨੀਆਂ ਲੈ ਕੇ ਆਏ 21 ਕੁਆਂਟਲ। ਹਾਂਜੀ ਕਿਸਾਨ ਹਾਂ ਜੀ। ਕਿੰਨੀ ਗਾੜੀ ਪੈੜੀ ਆਪਣੀ? ਮੇਰੇ ਕੋਲ ਹੈਗੇ 60 ਕੁ ਕਿੱਲੇ ਜੀ। ਕੀ ਬੀਜਦੇ ਹੋ ਤੁਸੀਂ? ਅਸੀਂ ਕਣਕ ਝੋਨਾ ਐਤਕੀ ਆਲੂ ਵੀ ਲਾਏ ਆ। ਆਲੂ ਲਾਏ? ਹਾਂ, ਆਲੂ ਦਾ ਮੌਕੇ ਕਿ ਆਲੂ ਐਮਐਸਪੀ 'ਚ ਨਹੀਂ ਆਂਦਾ? ਨਹੀਂ ਪਹਿਲੀ ਵਾਰੀ ਲਾਏ 4.5 ਕਿੱਲੇ ਆਲੂ ਆਂਦੇ ਜੀ, ਪਹਿਲੀ ਵਾਰੀ ਹੋਈ ਬਸ। ਕੀ ਉਮੀਦ ਹੈ ਕਿੰਨਾ ਕੁ ਭਾਅ ਮਿਲ ਜਾਏਗਾ, ਕਿੰਨੇ ਰੁਪਏ ਕੁਇੰਟਲ ਮਿਲ ਜੂ? ਐਤਕੀ ਤਾਂ ਬੀਜ ਬਹੁਤ ਮਹਿੰਗਾ ਮਿਲਿਆ ਜੀ, ਲੱਖ ਰੁਪਏ ਦਾ ਬੀਜ ਮਿਲਿਆ 3 ਕਿੱਲਿਆਂ ਦਾ। ਅੱਛਾ ਤੇ ਦੇਖੋ ਹੁਣ ਗਾਂ ਕੀ ਹੁੰਦਾ, ਵੈ ਔਖਾ ਹੀ, ਲੋਕ ਤਾਂ ਕਹਿੰਦੇ ਮਾੜਾ ਹੀ ਹੋਊ। अच्छा। हाँ जी हाँ जी। मोदी जी कहते हैं कि इस बिल को संशोधन कर लें। जब ये सारा बिल एक्चुअल में किसानों के लिए है, किसान कह रहे कि इसको दोबारा बना लो, ऐसा ही उसमें संशोधन करा, ऐसा ही दोबारा बना। वो कोई भगवान तो नहीं बना। अरे किसान के यहाँ जब गेहूँ में जम रहा, बरसात हो जा, पानी चला जा, वो खराब हो जाता है, उसे दोबारा बो देते हैं। तो कौन सी शर्म की बात होगी जब ये कहते हैं कि वो सारे किसानों के लिए फायदेमंद है। मैं योगेंद्र पवार उत्तराखंड से है। तो जब ये कह रहे कि हम इसको संशोधन करो, किसान कह रहे इसको दोबारा बना लो। देखो जो किसान तो सीधी सादी भाषा में बात करता है, उसके लिए पेचदार भाषा नहीं उसके बस की कि इसमें संशोधन करो, इसे वैसा बनाओ। अरे सारे बैठ कर जो उससे दोबारा बना लो, कौन सा भगवान का बनाओ। कल को अगर मोदी जी को हटाया कर भगा दिया यहाँ से प्रधानमंत्री से, अपोजिशन सरकार आ जाएगी, तो मुझे ये बताओ ये बिल अपने अनुसार दूसरी सरकार फिर भी तो बनावेगी। ਅਸੀਂ ਪਿੰਨੀਆਂ ਲੈ ਇਹ ਘਰੋਂ ਲਿਆਏ ਹੋ ਤੁਸੀਂ? ਹਾਂਜੀ, ਪਿੰਡ ਨੇ ਵੀ ਸਹਿਯੋਗ ਕੀਤਾ ਪੂਰਾ ਜੀ। ਹਾਂਜੀ 21 ਕੁਆਂਟਲ ਪਿੰਨੀਆਂ ਲਿਆਂਦੀ। ਪਿੰਨੀਆਂ ਲੈਣ ਦੀ ਸਾਡੀ ਦਾਦੀ ਨੇ ਐਂ ਸਿਖਾਇਆ ਪਹਿਲਾਂ ਤੋਂ ਸਾਨੂੰ। ਹਾਂਜੀ ਵੀ ਸਿੱਖ ਜਿੱਥੇ ਹੈ ਤਾਂ ਮੈਂ ਮੋਨਾ, ਪਰ ਸਾਡੇ ਲਈ ਦਰਦ ਬਹੁਤ ਆ ਦਿਲ 'ਚ, ਆਪਦੇ ਕਿਸਾਨ ਭਰਾਵਾਂ ਲਈ, ਸਾਰਿਆਂ ਲਈ। ਅਸੀਂ ਖੁਦ ਕਿਸਾਨ। ਹਾਂਜੀ ਪਹਿਲਾਂ ਤੋਂ ਇਦਾਂ ਮੰਮੀ ਨੇ ਬਣਾਈਆਂ ਪਿੰਨੀਆਂ? ਨਹੀਂ, ਹਲਵਾਈ ਲਾਇਆ ਸੀ ਗੁਰਦੁਆਰਾ ਸਾਹਿਬ, ਸਾਰੇ ਪਿੰਡ ਨੇ ਸਹਿਯੋਗ ਕੀਤਾ ਜੀ। ਅੱਛਾ। ਹਾਂਜੀ ਕਿੰਨੇ ਹਾਂਜੀ ਕੁਇੰਟਲ ਲਿਆਏ ਹੋ? 21 ਕੁਆਂਟਲ ਜੀ। ਹਾਂਜੀ ਹਾਂਜੀ। ਬਦਾਮ ਤਰ੍ਹਾਂ ਵਿੱਚ ਬਹੁਤ ਵੱਡੀ ਚੀਜ਼ ਹੈ ਨਾ ਕਿ ਸਾਰਾ ਮਿਲ ਵਰਤ ਕੇ ਸਾਰੇ ਇਕੱਠੇ ਬੈਠ ਕੇ ਵੰਡ ਛਕੋ। ਜਿੰਨਾ ਕਮਾਇਆ ਇਕੱਲੇ ਆਪ ਨਾ ਖਾਓ, ਸਾਰੇ ਵੰਡ ਕੇ ਖਾਓ। ਸਾਰੇ ਪਿੰਡਾਂ ਚੋਂ ਸਾਰੇ ਜਿਹੜੇ ਛੋਟੇ ਸ਼ਹਿਰ ਜਿਹੜੇ ਵੀ ਕਿਸਾਨ ਹਨ ਕੁਛ ਨਾ ਕੁਛ ਲੈ ਕੇ ਆਉਂਦੇ ਨੇ, ਤਾਂ ਕਿ ਸਾਰੀ ਸੰਗਤ ਨੂੰ ਸਾਰਿਆਂ ਨੂੰ ਵੰਡਣ ਪ੍ਰਸ਼ਾਦ ਦੀ ਤਰ੍ਹਾਂ।
ਤੇ ਉਹੀ ਜਿਹੜਾ ਰੋਟੀ ਦਾ ਕੰਮ ਜਾਂ ਲੰਗਰ ਦਾ ਕੰਮ ਜਾਂ ਪਿੰਨੀਆਂ ਹੈਗੀਆਂ ਨੇ ਜਾਂ ਚਾਹ ਹੈਗੀ ਹੈ, ਸਾਰਾ ਇਸ ਤਰ੍ਹਾਂ ਹੀ ਵੰਡ ਛਕੋ ਦਾ ਜਿਹੜਾ ਹੰਕਾਰਾ ਸਿੱਖ ਧਰਮ 'ਚ ਹੈਗਾ ਉਹ ਬਹੁਤ ਵੱਡਾ ਹੈਗਾ। ਜੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਪੰਜਾਬ ਦੇ ਸਾਰੇ ਪਿੰਡਾਂ 'ਚ ਸੰਗਰਾਂਦ ਵਾਲੇ ਦਿਨ ਦੁਪਹਿਰ ਦਾ ਲੰਗਰ ਸਾਰਾ ਪਿੰਡ ਸਾਂਝਾ ਹੀ ਕਰਦਾ, ਇਕੱਠਾ ਹੀ। ਸਾਡੇ ਪਿੰਡ ਤਾਂ ਮਹੀਨੇ 'ਚ ਇੱਕ ਲੰਗਰ ਤਾਂ ਹੁੰਦਾ ਹੀ ਹੁੰਦਾ, ਤੇ ਐਂ ਸਾਡੇ ਰੀਤ ਪਈ ਆ ਬਜ਼ੁਰਗਾਂ ਤੋਂ ਪਹਿਲਾਂ ਹੀ ਜੀ। ਮੋਦੀ ਸਾਹਿਬ ਸਾਹਮਣੇ ਗੱਲ ਆ ਕੇ ਕਰੇ, ਮੋਦੀ ਸਾਹਿਬ ਇਹ ਆਖੇ ਕਿਸਾਨ ਬੈਠੇ ਨੇ ਉਂਜੀ 3-3 ਧਰਨੇ ਬੈਠੇ ਨੇ ਹੋ ਗਏ ਨੇ, ਕੰਮ ਛੱਡ ਗਿਆ ਨੇ, ਸਾਂਝਾ ਕੰਮ ਹੈ। ਤੇ ਇਹ ਸਮਝਦਾ ਤੁਸੀਂ ਕਿਹੜੀ ਯੂਨੀਅਨ ਤੋਂ ਹੈਗੇ ਹੋ? ਮੈਂ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਸ਼ਹੀਦ ਪ੍ਰਧਾਨ। ਠੀਕ ਹੈ। ਮੇਰਾ ਡਿਸਟ੍ਰਿਕਟ ਹੁਣ ਜਿਵੇਂ ਕਿਸਾਨ ਦੀ ਸਰਕਾਰ ਦੀ ਤੇ ਅੜੀ ਹੈ, ਉਹ ਤਾਂ ਕਹਿੰਦੇ ਸੀ ਬਿੱਲ ਵਾਪਸ ਨਹੀਂ ਲਵਾਂਗੇ, ਤੇ ਕਿੰਨੀ ਦੇਰ ਤੱਕ ਕਿਸਾਨ ਇੱਥੇ ਬੈਠੇ ਰਹਿਣਗੇ? ਦੇਖੋ ਜਿਹਨੂੰ ਕਰਨੇ ਪੈਣਗੇ, ਜਿੰਨਾ ਟਾਈਮ ਲੱਗੇ ਸੀ ਜਿੱਤ ਕੇ ਜਾਵਾਂਗੇ, ਇਹਦੇ ਨੂੰ ਹੱਕ ਦੇਣਾ ਪਏਗਾ। ਹੱਕ ਦੇ ਕੇ ਬਾਅਦ ਤੁਸੀਂ ਪਤਾ ਕੋਈ ਸਰਕਾਰ ਨਹੀਂ ਬਣੇਗੀ, ਅੱਗੇ ਸਰਕਾਰ ਕਿਸਾਨ ਜੀ ਕੋਈ ਲੀਡਰ ਬਣੇਗਾ, ਫਿਰ ਵੋਟ ਪਾਵਾਂਗੇ। ਸਾਰੀ ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਂ ਇਸ ਟਾਈਮ ਕੁੰਡਲੀ ਬਾਰਡਰ 'ਚ ਮੌਜੂਦ ਹਾਂ ਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਪੰਡਿਤ ਜੀ ਸੋਨੀਪਤ ਤੋਂ। ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਪ੍ਰੋਟੈਸਟ ਬਾਰੇ ਕੀ ਵਿਊ ਹੈ। मेरा मूल निवास गांव यहाँ पे औरंगाबाद है जी। ये राई हल्के में पड़ता है जी। और हम उसी दिन से इस आंदोलन में किसानों के समर्थन में हमारे यहाँ के हरियाणा के सोनीपत क्षेत्र के जो लोकल किसान हैं, जो यहाँ के रहने वाले हैं, वो भी सब इस आंदोलन में बढ़ चढ़कर भाग ले रहे हैं। इस खेती के जो किसानी के जो मोर्चे में हैं, आपको ये कैसे इम्पैक्ट करता है ये फार्म बिल? देखो, या आप भी खेती करते हैं? हम भी खेती करते हैं। यहाँ भी ये हरियाणा में ब्राह्मणों के पास भी अच्छी बड़े जमींदार भी, फार्मर भी हैं। अच्छा। सब चीज़ें हैं, सबको बराबर मिली हुई है ज़मीन यहाँ पे, जाटों को भी। ठीक है। तो कई गांव तो ऐसे हैं जहाँ ब्राह्मणों ने जाटों को बसाया है। अच्छा। इतनी ज़मीन थी उनके पास, जो बड़े गांव हैं। जैसे कि एक जींद के पास नगुरा गांव पड़ता है, उसमें वो इतना बड़ा कस्बा है कि वहाँ 2 सरपंच बनते हैं एक गांव में, और वहाँ पे ब्राह्मणों ने जाटों को कई हजार एकड़ ज़मीन दी है, कई सौ एकड़। तो ये कैसे आप खेती को असर करेगा? ये असर करेगा कि अब जो बड़े व्यापारी उद्योगपति हैं, जो रिलायंस, अदानी और जो ग्रुप हैं, बड़े बड़े इंडस्ट्रियल हैं, वो अब एग्रीकल्चर सेक्टर को कॉरपोरेट सेक्टर में शिफ्टिंग करने जा रहे हैं। ठीक है जी। तो उससे किसानी को क्या नुकसान? अब वो जो खुद फार्मर थे, खुद मेहनत करके अच्छा पैसा कमाते थे, ठीक है, तो उससे क्या है कि अब उनसे तो एक लीज पे या एग्रीमेंट पे ज़मीन ले ली जाएगी। ठीक है। और तकनीक से खेती करने का जो ये आगे इनका प्रोजेक्ट चल रहा है जी। तो उसमें ये इधर यहाँ के युवाओं को एक मतलब उनको ट्रेनिंग वगैरह देकर, और हमारे बच्चे यहाँ यूनिफॉर्म पहन के और यहाँ एक कंपनी का काम करेंगे। और थोड़े दिन के बाद में वो होती है गिरदावरी, जो जमींदार के पास होती है, क्योंकि वो काश्तकार होता है, बोने वाला। यहाँ कानून है हिंदुस्तान में कि अगर कोई काश्तकार करने वाला किसी जमींदार मालिक की कोई और जमीन लेके ठेके पे लेता है और वो काश्तकारी करता है, अगर 4 साल उसने बोली, 3-4 साल उसका समय होता है बॉन्ड, तो वो खुद उसका आधे का मालिक हो जाता है, दावा करे तो ये कंपनी के हैंडओवर हो जाएगी। 5 साल का 10 साल का एग्रीमेंट करेंगे, धीरे धीरे उनके नाम की बोने वाले कौन है, फर्म बो रही है कंपनी। खत्म नहीं होगा और एमएसपी वैसी की वैसी रहेगी, और जो मंडियां हैं, सरकारी मंडियां, वो भी एमएसपी तो उसके लिए रहेगी जो ये बड़े बड़े अब कॉरपोरेट सेक्टर घराने की, जो ये वॉलमार्ट और ये सब ये जो भंडारण करेंगे, तो एमएसपी तो इनको मिलेगी, जमींदार को नहीं मिलेगी। नहीं, जैसे और कणक के ऊपर एमएसपी मिलती है, सरकार कह रही है हम उस पर अभी भी हम देंगे, पर ये तो हम ऐड ऑन कर रहे हैं ताकि किसान को और ऑप्शन मिल सके अपनी चीज़ें बेचने के लिए। प्राइवेटाइजेशन सेक्टर भी ऐड हो जाएगा, तो इससे डाइवर्सिफाई हो जाएगी चीज़ें, और जो सेल करने का जो वो है डायमेंशन है, वो और एक्सटेंड हो जाएगा। इसको आप कैसे देखते हैं? हमारा तो यही कहना है कि जो भी आज देश की आवाज़ है, यहाँ आईएएस भी इन्हीं घरों से, किसान के घर से, आईपीएस भी, बड़े बड़े अधिकारी, तो वो सब जो भी हमारे साथ पूरा देश जुड़ा हुआ है। जिस चीज़ को एक बहिष्कार किया जा रहा है, भाई ये कानून रद्द किए जाए और हमें ये कानून नहीं चाहिए, और जैसे जमींदार चाह रहा है उस तरीके से हो जिनसे उनकी संतुष्टि हो। इसको एक ये भी दिया जा रहा है कि एक फिरके का प्रोटेस्ट है, या इसको किसी एक जात का प्रोटेस्ट है, या ये भी कहा जा रहा है कि 1-2 स्टेटों का प्रोटेस्ट है, बाकी देशों के किसान तो इतने परेशान नहीं है, सिर्फ पंजाब और हरियाणा की क्यों बोल रहे हैं? इसको आप कैसे देखते हो? अब तो ये राष्ट्रव्यापी
आंदोलन हो चुका है। कल भारत बंद भी हुआ जी कई जगह, तो बहुत रोष प्रदर्शन हुआ है। पूरे भारत के व्यापार मंडल, ट्रांसपोर्ट और जितनी भी संस्थाएं थी, सबने आगे बढ़ चढ़कर इस आंदोलन को सफल बनाया है। और कुछ राष्ट्रीय चैनल हैं जो सरकार के कहने से चलते हैं, सरकार के इशारों पे काम करते हैं जी। वो जैसा संदेश सरकार चाहती है वैसा लोगों को देते हैं। अब आपने राष्ट्रीय चैनल की बात की, कुछ राष्ट्रीय चैनल जिनको गोदी मीडिया भी कहा जाता है, वो लोग इस प्रोटेस्ट को ऐसे किया जा रहे हैं कि ये खालिस्तानियों का प्रोटेस्ट है, ये क्या कहते हैं, एंटी नेशनल लोग हैं, ये किसान इंग्लिश कैसे बोल रहे हैं, या ये इन्होंने जीनें पहनी हुई हैं, ये कैसे फार्मर हो गए। इसको आप कैसे देखते हो? क्या ये कोई खालिस्तानियों का प्रोटेस्ट है? आप एक पुजारी हैं, एक पंडित हैं हरियाणा से, आप इसको कैसे देखते हैं? हम इसको मैं जिस दिन से ये आंदोलन हुआ है, हम इधर ही खुद आके यहाँ शाम तक, रात तक भी रहे हैं, 10-11 बजे तक। यहाँ पे धीरे धीरे हर राज्य से किसान जुड़ने लग गया और यहाँ पे जाटों की और कई बड़ी बड़ी खापें यहाँ धीरे धीरे अपने जत्थे लेके आने लग गए। तो यहाँ पे पूरे राज्य से, हर राज्य से एक राष्ट्रव्यापी और बाहर विदेशों तक के जो एनआरआई किसान फार्मर हैं और भारत से वो बिलोंग करते हैं, तो वो भी यहाँ मतलब एक इंटरनेशनल लेवल का प्रोटेस्ट हो गया। जी, ये लाइव चल रहा है। तो ये जो खालिस्तान वाला एंगल डालने की कोशिश करते हैं, इसको आप कैसे देखते हो? इसमें कोई सच्चाई है? इसमें कोई सच्चाई नहीं है, क्योंकि यहाँ कुछ ऐसा नहीं है। इतना प्रशासन है यहाँ, और वैसे भी जो भी इंटेलिजेंस, जो सरकार के सूत्र होते हैं देखने के, या जो भी अपनी जो भी उनका वेरीफाई करने का तरीका होता है, वो यहीं पे हैं, सब देख रहे हैं। अगर यहाँ सब खालिस्तानी आए होते तो फिर अलग ही बात होती जी। ये हरियाणा और पंजाब के भाईचारा की भी एक मिसाल बना है, जो भी पहले थोड़ा बीच में जो इलविल थी या जो बीच में वो खत्म हुआ और भाईचारा निकल के सामने आया। इसको आप कैसे देखते हो, पंजाब हरियाणा भाईचारा? हमें तो इतनी दिल से खुशी हुई है हरियाणा वासियों को कि आज पंजाब हरियाणा एक जैसे महापंजाब बोला जाता था, पूरा पंजाब ही था। तो ये सब अपने भाई हैं, आज दिल मिल गए हैं, एक जुल्म के खिलाफ आवाज उठाई है और एक महाशक्ति बन के आवाज, जिसको कहते हैं पूरे वर्ल्ड के अंदर, विश्व के अंदर। तो इस चीज के में एक इतिहास लिखा जाएगा और एक ये बहुत बड़ी मिसाल बनेगी। कुंडली बॉर्डर ਤੇ ਸਾਡੇ ਨਾਲ ਮਹਾਰਾਣਾ ਪ੍ਰਤਾਪ ਸੈਨਾ ਦੇ ਪ੍ਰਧਾਨ ਮੌਜੂਦ ਨੇ। ਇਹ ਵੀ ਕਿਸਾਨਾਂ ਦੇ ਜਿਹੜੇ ਮੁੱਦੇ ਨੂੰ ਸਪੋਰਟ ਕਰਨ ਆਏ ਨੇ ਤੇ ਸੇਵਾ ਕਰਨ ਆਏ ਨੇ, ਤੇ ਇਹ ਗਾਜ਼ੀਆਬਾਦ ਤੋਂ ਨੇ, ਤੇ ਇਹ ਸਮਾਜ ਸੇਵੀ ਸੰਸਥਾ ਹੈਗੀ ਹੈ ਗਾਜ਼ੀਆਬਾਦ ਤੋਂ। ਇਹਨਾਂ ਦਾ ਹੈੱਡ ਆਫਿਸ ਲਖਨਊ ਹੈ ਤੇ ਇਹ ਉੱਥੇ ਯੂਪੀ ਦੇ ਵਿੱਚ ਸਮਾਜ ਸੇਵਾ ਕਰਦੇ ਨੇ। ਇਹ ਵੀ ਤੇ ਇਹਨਾਂ ਦੀ ਜਥੇਬੰਦੀ ਵੀ ਕੁੰਡਲੀ ਕਿਸਾਨਾਂ ਦੇ ਸਮਰਥਨ ਲਈ ਆਈ ਹੈ ਤੇ ਸੇਵਾ ਕਰਨ ਆਈ ਹੈ। ਆਓ ਇਹਨਾਂ ਤੋਂ ਪੁੱਛਦੇ ਹਾਂ ਇਹ ਇਸ ਕਿਸਾਨ ਮੋਰਚੇ ਨੂੰ ਕਿਵੇਂ ਦੇਖਦੇ ਨੇ। ਮਨੀਸ਼ ਜੀ, आप प्रोटेस्ट को कैसे देखते हैं? ऐसा है कि दो चीज़ हुई हैं जी। एक तो जो हमारे पंजाब के और हरियाणा के किसान थे, उनमें कभी मतभेद हल्के फुल्के रहे हैं, पानी को लेके, अन्य योजनाओं को लेके, वो एक साथ मिलके आए हैं, एक आपस में एक भाईचारा बढ़ा है। बाकी सरकार की जो योजनाएं हैं उसमें जहाँ जहाँ कोई कमियां हैं या खामियां हैं, उसको दूर करने के लिए सारे किसान इकट्ठे हुए हैं। उसमें कुछ विपक्षी पार्टियां भी बीच में उनके समर्थन में आई हैं, कुछ फिल्म स्टार भी आए हैं, कुछ लोग अपने टीवी की टीआरपी के लिए घुस रहे हैं, कुछ लोग विवादित बयान देके घुस रहे हैं। हमारा सिर्फ कहना यह है कि हमारी जो महाराणा प्रताप सेना है वो राजनीतिक संगठन नहीं है, वो एक सामाजिक संगठन है, वो समाज सेवा के लिए है। और हम इसमें किसानों की इस लड़ाई में हम उनके साथ हैं। हमारा सिर्फ कहना ये, उस जो भी ये अध्यादेश पारित किए गए हैं वो 100% सही नहीं है, उसमें कुछ बात ठीक है, कुछ गलत है। तो आपसी वार्तालाप से और बातचीत के माहौल से उसमें जो भी कोई खामियां हैं उनको दूर किया जाना चाहिए। उसमें किसी का भी कोई पॉलिटिकल मोटिव या किसी का कोई पर्सनल मोटिव नहीं देखना चाहिए कि हम इसको बिल को वापस नहीं लेंगे। और इधर किसान जत्थेबंदी कह रही हैं जब हम बिल वापस करा के रहेंगे, सरकार कह रही है हम अमेंडमेंट करने को तैयार हैं बट हम इसको वापस नहीं लेंगे। इसको आप कैसे देखें? मैं कह रहा हूँ उसी चीज को हमारी महाराणा प्रताप सेना कहती है। ऐसा है, जो बिल पास किया गया है उसमें सरकार की मंशा ठीक है, लेकिन उसमें कुछ खामियां हैं जो किसानों को नजर आ रही हैं। उन खामियों को अगर दूर करके उनसे संशोधन किया जाता है, उस पर सहमति बनाई जाए, तो मुझे लगता है कि सहमति बन जाएगी। मतलब एक बीच में नेगोशिएशन करके बीच का रास्ता हाँ या ना से मुझे नहीं लगता कि समस्या का समाधान हो पाएगा। एक जस्टिस काटजू हैं सुप्रीम कोर्ट के जस्टिस रिटायर्ड, उन्होंने कहा है कि एक मिडवे एक रास्ता ये भी है कि इसको अगर हम कंडीशनल लेजिस्लेशन के अंदर अगर सरकार डाल दे, इससे क्या होगा, ये बिल इम्प्लीमेंट नहीं होगा, ना बिल वापस करना पड़ेगा, पर बिल ये इम्प्लीमेंट नहीं होगा। इससे किसानों की बात भी मानी जाएगी और सरकार को बिल भी वापस नहीं लगेगा। ये मिडवे है, इसको आप कैसे देखते हो?
इसको मैं ठीक नहीं मानता। कारण क्या है कि अगर आपने इसको कंडीशनल में डाल दिया हाँ जी तो बिल तो वहीं का वहीं रह गया, फिलहाल इम्प्लीमेंट नहीं हुआ। हाँ जी। नहीं, मीनवाइल एक अच्छा एक कमेटी, क्योंकि देखो इस सरकार ने जब ये बिल बनाया, कभी भी कोई ऐसा बिल हुआ, पहले भी जब होते थे वो स्टैंडिंग कमेटी को जरूर जाते थे फॉर द नेगोशिएशन, फॉर द डिस्कशन, राइट। क्या उसमें दोनों पार्टियों के प्रवक्ता होते थे। इस पार्टी ने बिल्कुल जैसे बिल्कुल वन साइडेड इसको बिल पास किया, स्टैंडिंग कमेटी को नहीं गया। तो इसकी एक हेल्दी डिस्कशन के लिए फॉर द बेटरमेंट ऑफ द फार्मर्स, उनके रिप्रेजेंटेटिव भी इनके बीच में हों, उसके लिए आपको नहीं लगता अगर कंडीशनल लेजिस्लेशन के अंदर डाल देंगे तो सरकार, किसानों को भी एक सेंस ऑफ सिक्योरिटी रहेगी कि हाँ भी हम पे कोई तलवार नहीं लटक रही। सरकार को भी रहेगा कि उनकी भी एक जो पॉलिटिकल ईगो होती है वो भी हमारी, कि हमने भी बिल वापस नहीं लिया, क्योंकि सरकार की भी एक अपनी ईगो होती है। जी जी बिल्कुल बिल्कुल आपका कहना ठीक है। एक कमेटी बनाई जानी चाहिए जिसमें सरकार के कुछ पदाधिकारी हों, कुछ हमारे किसान नेता हों, मिलकर एक कमेटी बनाई जाए। फिलहाल इस बिल को होल्ड पे डाल दिया जाए, उस कमेटी के फैसले के हिसाब से फिर बाद में डिस्कस करके इसको इम्प्लीमेंट किया जाए। बट मीनवाइल इसको रोक दिया जाए। मीनवाइल इसको रोक देना चाहिए। ठीक है। और इसको एक ऐसे भी कहा जा रहा है कि ये 2 स्टेटों का प्रोटेस्ट है, ये बाकी देश के किसान तो इतने परेशान नहीं है, पंजाब और हरियाणा की क्यों हैं, या एक फिरके के लोग ही क्यों हैं। इसको आप कैसे, कई लोग इसको सिख प्रोटेस्ट भी दिखाने की कोशिश कर रहे हैं, जबकि इसमें हरियाणवी भी हैं, मुसलमान भी हैं, हिंदू भाई भी हैं, पंडित सब हैं। और कोई खासकर एक सेक्शन का जो मीडिया है वो इसको ऐसे दिखा रहा है। आप इसको कैसे देखते हैं? अगर आप देखेंगे तो हमारा पंजाब और हरियाणा ये कृषि प्रधान प्रदेश है, तो जितना कृषि इस क्षेत्र में होती है बाकियों में कृषि बटी हुई है, छटी हुई है। अगर उत्तर प्रदेश की बात करें तो बहुत बड़ा इलाका है, उत्तर प्रदेश हमारा बहुत बड़ा इलाका है, कुछ कृषि में है, कुछ इंडस्ट्री में है, कुछ हथकरघा में है, अलग अलग बटे हुए हैं। और हम लोग ये भी मानते हैं कि हम लोग ये हिंदू और मुसलमान किसान, हम किसी के नहीं, ओनली किसान हैं यहाँ पर। कोई हिंदू नहीं है, कोई सरदार नहीं है, कोई मुसलमान नहीं है। ये आर्थिकता का मसला है। आर्थिक का मसला है। ठीक। आप समाज सेवी हैं, आप ग्राउंड पे काम करते हैं, वो उन जो आपके जत्थेबंदी के जो किसान एसोसिएटेड हैं वो कैसे देखते हैं? वो भी आ रहे हैं प्रोटेस्ट? ऐसा है, उसमें अलग अलग किसान यूनियन है, अलग अलग किसान नेता हैं। हाँ जी। उसमें उनका अपना सोच है, अपना डिसीजन है। हाँ जी। हमारा क्योंकि एक सामाजिक संगठन है, हमारा राजनीतिक नहीं है, तो हम उस जो है हिसाब से हम यहाँ पे किसानों की सेवा के लिए उनके समर्थन में आए। तो मैं यही कहना चाहूँगा, मेरी तरफ से मैं सरकार को संदेश देना चाहूँगा, एक मध्यस्थता करके एक रास्ता निकालें, एक कमेटी बनाएं जिसमें किसान नेता हों, कुछ सरकार के नेता हों। फिलहाल इस बिल को होल्ड पे डाला जाए और उस कमेटी के हिसाब से दोनों तरफ से, जिसमें सरकार और देश का जो एनिमस डिसीजन हो और किसानों का भी हित हो, बीच का रास्ता निकाल दे कोई बढ़िया सा। ਜਿਹੜੇ ਸਾਡੇ ਚੰਡੀਗੜ੍ਹ ਕੱਲ ਮੁੰਡੇ ਗਏ ਨੇ ਸ਼ਾਂਤਮਈ ਵਾਤਾਵਰਣ ਦੇ ਵਿੱਚ ਕੰਮ ਕਰ ਰਹੇ ਸੀ, ਉਹ ਇਹਨਾਂ ਨੇ ਆਪਣੇ ਬੰਦੇ ਵਾੜ ਕੇ ਗੁੰਡੇ ਸਾਡੇ ਮੁੰਡਿਆਂ ਦਾ ਨਾਮ ਲਾ ਕੇ ਉਹਨਾਂ ਦਾ ਲਾਠੀ ਚਾਰਜ ਕੀਤਾ। ਮੈਂ ਕਹਿਣਾ ਚਾਹੁੰਦਾ ਸਾਨੂੰ ਡੰਡੇ ਨਾਲ ਡਰਾਉਂਦੀ ਮਾੜੀ ਸੋਚ ਲੀਡਰਾਂ ਦੀ, ਜਿਹੜੀ ਕਲਗੀਧਰ ਦੇ ਸ਼ੇਰਾਂ ਪੱਟੀ ਫੌਜ ਲੀਡਰਾਂ ਦੀ। ਕੈਮਰਾਮੈਨ ਪਰਮੀਤ ਦੇ ਨਾਲ ਜਸਨੀਤ ਸਿੰਘ, ਸਿੱਖ ਨਿਊਜ਼ ਐਕਸਪ੍ਰੈਸ, ਕੁੰਡਲੀ ਬਾਰਡਰ ਤੋਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।